You're listening to The Show of Life with Jatinder Gitta. ਨਾਨਕ ਸਿੰਘ ਦੀ ਕਮਾਲ ਦੀ ਲਿਖੀ ਹੋਈ ਕਹਾਣੀ ਭੂਆ ਨੂੰ ਮਿਲਿਆ 10 ਤੋਂ ਵਧੇਕ ਵਰੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ਵਿੱਚੋਂ ਇਹੋ ਇੱਕ ਨਾਉ ਲੈਣ ਜੋਗੀ ਪੁਰਾਣੀ ਬੁੱਢੀ ਬਾਕੀ ਸੀ। ਅੱਜ ਵੀ ਉਹਨਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਜ਼ਿਹਨ ਦੇ ਵਿੱਚ ਬਾਕੀ ਹੈ। ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ ਪਿਆਰ ਦੇ ਨਾਲ ਪਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ। ਮੇਰੀ ਭੂਆ ਉਹ ਬਸ ਮਾੜੀ ਜਿਹੀ ਧੁੰਦਲੀ ਜਿਹੀ ਯਾਦ ਜ਼ਿਹਨ ਦੇ ਵਿੱਚ ਹੈ। ਇਸ ਗੱਲ ਨੂੰ ਕੋਈ 30-35 ਵਰੇ ਤਾਂ ਹੋ ਗਏ ਹੋਣੇ ਨੇ। ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਾਜਾ ਬਣ ਚੁੱਕੇ ਸਨ, ਆਪਣੀ ਉਮਰ ਭੋਗ ਕੇ ਜਾ ਚੁੱਕੇ ਸਨ। ਪਰ ਮੇਰੀ ਭੂਆ ਅਜੇ ਕੰਧੀ ਉੱਤੇ ਰੁਖੜਾ ਬਣੀ ਹੋਈ ਸੀ। ਹਾਂ, ਤੇ ਮੈਂ ਐਤਕੀ ਜਦ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਭੂਆ ਨੂੰ ਮਿਲਣ ਦੀ ਖਾਹਿਸ਼ ਨੂੰ ਮੈਂ ਰੋਕ ਹੀ ਨਾ ਸਕਿਆ। ਭਾਵੇਂ ਕੱਚੀ ਸੜਕ ਕੇ ਪੂਰੇ 5 ਮੀਲ ਜਾਂਦਿਆਂ ਤੇ ਇੰਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਣੇ ਸਨ। ਗਰਮੀ ਦੀ ਰੁੱਤ ਤੇ ਪਿੰਡ ਦਾ ਵਿਆਹ, ਉੱਤੋਂ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ ਕਿਤੇ 2-4 ਡੰਗ ਜਿਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਏ ਨਾ, ਮਸਾਲਿਆਂ ਵਾਲਾ ਸਮਾਨ, ਤਾਂ 4 ਚੌਕੇ 16 ਡੰਗ ਹਾਜ਼ਮੇ ਦੇ ਚੂਰਨ ਤੇ ਫੱਕੀਆਂ ਵਰਤੇ ਬਿਨਾਂ ਖਲਾਸੀ ਨਹੀਂ ਹੁੰਦੀ। 4 ਡੰਗਾਂ ਵਿੱਚ ਹੀ ਕਚਕਰੜ ਪੂਰੀਆਂ ਤੇ ਹੋਰ ਇਹੋ ਜਿਹੇ ਨਿੱਕ ਸੁੱਕ ਤੋਂ ਦਿਲ ਭਰ ਗਿਆ। ਵਿਆਹ ਦੇ ਵਿੱਚ ਖਾਧਾ ਤਾਂ ਸੀ, ਪਰ ਇਹੋ ਜਿਹਾ ਮਨ ਭਰਿਆ ਜਾਪਣ ਲੱਗਾ ਕਿ ਜਿਵੇਂ ਕਿਤੇ ਨਾ ਤਵੇ ਦੇ ਫੁਲਕੇ ਖਾਧਿਆਂ ਯੁੱਗ ਹੀ ਬੀਤ ਗਏ ਹੋਣ। ਹਜੇ ਵਿਆਹ ਤਾਂ ਨਵੇਂ ਹਜੇ ਹੁਣੇ ਪਹੁੰਚੇ ਹੀ ਸੀ। ਖਾਣੇ ਨੇ ਬਿਲਕੁਲ ਮਨ ਕੱਚਾ ਜਿਹਾ ਕਰ ਦਿੱਤਾ ਤੇ ਦਿਲ ਵੀ ਜਿਵੇਂ ਨਾ ਉਬਲ ਕੇ ਬਾਹਰ ਨੂੰ ਆ ਰਿਹਾ ਹੋਵੇ, ਕੁਝ ਇਸ ਤਰ੍ਹਾਂ ਹੋ ਗਿਆ। ਹਾਜ਼ਮਾ ਖਰਾਬ ਹੋ ਗਿਆ। ਬਥੇਰੀ ਕੋਸ਼ਿਸ਼ ਕੀਤੀ ਤੇ ਹੋਰ ਨਹੀਂ ਤਾਂ ਕਿਤੇ ਇੱਕ ਅੱਧ ਡੰਗ ਹੀ ਪੂਰੀਆਂ ਤੋਂ ਛੁਟਕਾਰਾ ਮਿਲੇ, ਕਿਤੋਂ 2 ਫੁਲਕੇ ਸਾਦੇ ਜਿਹੇ ਤੇ ਨਾਲ ਦਾਲ ਮਿਲ ਜਾਵੇ, ਬਸ ਇੰਨਾ ਕੁ ਬਹੁਤ ਸੀ। ਪਰ ਅਜਿਹਾ ਹੋਣਾ ਵਿਆਹ ਦੇ ਵਿੱਚ ਉੱਥੇ ਬੜਾ ਔਖਾ ਸੀ। ਉੱਥੇ ਨਾ ਤਾਂ ਮੈਨੂੰ ਕੋਈ ਜਾਣਦਾ ਸੀ, ਮੇਰੀ ਕਿਹੜਾ ਉੱਥੇ ਭੂਆ ਬੈਠੀ ਸੀ। ਹਾਂ ਸੱਚ, ਭੂਆ ਬੈਠੀ ਤਾਂ ਸੀ ਥੋੜੀ ਜਿਹੀ ਦੂਰ। ਸ਼ੁਕਰ ਕਰਕੇ 2 ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਜੀਆਂ ਪਾਸੋਂ ਮਸਾਂ ਖਹਿੜਾ ਛਡਾ ਕੇ ਭੂਆ ਦੇ ਪਿੰਡ ਵੱਲ ਨੂੰ ਤੁਰ ਪਿਆ ਤੇ ਮੇਰੀ ਵਾਕਈ ਭੂਆ ਬੈਠੀ ਸੀ। 35 ਸਾਲ ਤੋਂ ਬਾਅਦ ਦੇ ਵਿੱਚ ਉਹਦੇ ਕੋਲ ਜਾਣਾ ਸੀ। 35 ਸਾਲ ਮੈਨੂੰ ਯਾਦ ਸੀ ਕਿੰਜ ਨਿੱਕਿਆ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲ੍ਹੇ ਦੇ ਵਿੱਚ ਫੁਲਾ ਕੇ ਕਿੱਡੇ ਪਿਆਰ ਦੇ ਨਾਲ ਮੈਨੂੰ ਖਿਲਾਇਆ ਕਰਦੀ ਸੀ, ਕਿੱਡੇ ਪਿਆਰ ਦੇ ਨਾਲ। ਪਿੰਡ ਵੱਲ ਨੂੰ ਤੁਰਦਾ ਪਿਆ। ਇੰਨੀ ਗਰਮੀ, ਸਵਾਰੀ ਦਾ ਕੋਈ ਖਾਸ ਪ੍ਰਬੰਧ ਨਾ ਹੋ ਸਕਿਆ। ਦੁਪਹਿਰਾ ਤਾਂ ਤੁਰਿਆ ਮੈਂ ਸਾਰੇ ਰਾਹ, ਘੱਟਾ ਫੱਕਦਾ ਕਿਤੇ ਪੈਲੀਆਂ ਵਿੱਚੋਂ ਤੇ ਕਿਤੇ ਸੜਕੇ ਸੋਤੇ ਪਏ ਭੂਆ ਦੇ ਪਿੰਡ ਜਾ ਪੁੱਜਾ। ਚਲੋ ਜੀ, ਜਾਨ ਦੇ ਵਿੱਚ ਜਾਨ ਆਈ। ਘਰ ਨੂੰ ਲੱਭਦਾ ਲਭਾਉਂਦਾ ਮੈਂ ਉੱਥੇ ਪਹੁੰਚ ਗਿਆ ਤੇ ਜਾਂਦਿਆਂ ਹੀ ਬੜੀ ਗਰਮਜੋਸ਼ੀ ਦੇ ਨਾਲ ਮੈਂ ਭੂਆ ਨੂੰ ਪੈਰੀ ਪੈਣਾ ਕੀਤਾ। ਜਿਉਂ ਆਇਆ ਸਦਕੇ ਆਖਿਆ, ਆਖਦਿਆਂ ਹੋਇਆ ਮੇਰੀ ਪਿੱਠ ਪਲੋਸੀ। ਪਰ ਇਸ ਦੇ ਵਿੱਚੋਂ ਮੈਨੂੰ ਉਹਨਾਂ ਭੂਆ ਦੇ ਪਿਆਰ ਦਾ ਨਿੱਘ ਨਾ ਲੱਭਿਆ ਜਿਹੜਾ ਮੈਨੂੰ ਬਚਪਨ ਦੇ ਵਿੱਚ ਮਿਲਦਾ ਸੀ। ਅਸਲ ਵਿੱਚ ਗੱਲ ਇਹ ਸੀ, ਭੂਆ ਨੇ ਮੈਨੂੰ ਪਛਾਤਾ ਹੀ ਨਹੀਂ। ਹੁਣ ਤਾਂ ਭੂਆ ਬੁੱਢੜੀ ਹੋ ਗਈ ਸੀ, ਅੰਦਰਾਤੇ ਦੀ ਉਹਨੂੰ ਕਸਰ ਸੀ। ਭੂਆ ਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਉਹਨੂੰ ਮੈਨੂੰ ਪਿਆਰ ਕਿੱਥੋਂ ਮਿਲਣਾ ਸੀ। ਪਰ ਫਿਰ ਵੀ ਭੂਆ ਨੇ ਆਪਣੀ ਰਸਮ ਪੂਰੀ ਜਿਹੀ ਕਰ ਦਿੱਤੀ, ਪਿੱਠ ਪਲੋਸ ਕੇ। ਜਦ ਉਸਦੇ ਕਾਕਾ ਕਿੱਥੋਂ ਹੈ ਤੂੰ ਉੱਤਰ ਦੇ ਵਿੱਚ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦੁਬਾਲੇ ਲਿਪਟ ਗਈ। ਚੁੰਮ ਕੇ ਉਸਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ। ਉੱਚੀ ਦੇ ਕੇ ਪੁਕਾਰੀ ਉੱਠੀ, ਨੀ ਚੰਨਣ ਕੁੜੇ ਆਈ ਨੀ ਭੱਜ ਕੇ, ਨੀ ਮੇਰਾ ਸਿੰਘ ਆਇਆ ਏ ਸੁੱਖ ਨਾਲ। ਬੇ ਮੁੰਡਿਓ ਕੁੜੀਓ, ਬੇ ਜਵਾਕੋ ਇੱਧਰ ਆਓ, ਤੁਹਾਡਾ ਤਾਇਆ ਆਇਆ ਜੀ। ਜਿਵੇਂ ਭੂਆ ਨੂੰ ਪਤਾ ਲੱਗਾ ਮੇਰੇ ਬਾਰੇ, ਰਿਸ਼ਤੇ ਬਾਰੇ, ਭੂਆ ਨੂੰ ਤਾਂ ਬਸ ਜਿਵੇਂ ਇਹ ਹੈ ਕਿ ਅੰਦਰਾਤੇ ਵਾਲੀ ਭੂਆ ਨੂੰ ਤਾਂ ਜਿਵੇਂ ਸਾਰੀ ਦੁਨੀਆ ਨਜ਼ਰ ਆਉਣੀ ਸ਼ੁਰੂ ਹੋ ਗਈ ਹੋਵੇ। ਭੂਆ ਤਾਂ ਖੁਸ਼ੀਆਂ ਦੇ ਵਿੱਚ ਇੱਧਰ ਦੌੜੀ ਫਿਰੇ, ਉੱਧਰ ਦੌੜੀ ਫਿਰੇ। ਮੈਨੂੰ ਲੱਗਾ ਵੀ ਇਹ ਉਹੀ ਭੂਆ ਹੈ, ਉਹੀ ਬੁੱਢੜੀ ਹੈ। ਭੂਆ ਨੇ ਤਾਂ ਵਿਹੜੇ ਦੇ ਵਿੱਚ ਰੌਲਾ ਹੀ ਚੱਕਤਾ। ਉਹਦੀ ਨੂੰਹ ਭੱਜ ਕੇ ਆਈ। ਭੂਆ ਦੇ ਪੋਤੜਿਆਂ ਨੇ ਆਉਂਦਿਆਂ ਹੀ ਮੇਰੇ ਆਲੇ ਦੁਆਲੇ ਘੇਰਾ ਕੱਤ ਲਿਆ। ਉਹ ਬੁੱਢੜੀ ਰੌਲਾ ਜੋ ਪਾਉਂਦੀ ਸੀ। ਹੁਣ ਬਾਲਾਂ ਦੇ ਵਿੱਚੋਂ ਭਾਵੇਂ ਕਿਸੇ ਨੇ ਮੈਨੂੰ ਇਸ ਤੋਂ ਪਹਿਲਾਂ ਮੇਰੀ ਸ਼ਕਲ ਵੀ ਨਹੀਂ ਸੀ ਵੇਖੀ, ਪਰ ਦਾਦੀ ਦੀ ਗਵਾਹੀ, ਤੁਹਾਡਾ ਤਾਇਆ, ਬਸ ਉਹਨਾਂ ਨੂੰ ਇੰਨਾ ਹੀ ਕਾਫੀ ਸੀ ਵੀ ਲੈ ਵੀ ਸਾਡਾ ਆ ਗਿਆ ਤਾਇਆ। ਭੂਆ ਦੀ ਨਾ ਮੈਥੋਂ ਛੋਟੀ ਸੀ, ਮੈਥੋਂ ਛੋਟੇ ਥਾਂ ਸੀ। ਘੁੰਡ ਚੁੱਕਣ ਤੇ ਬੋਲਣ ਚਾਲਣ ਦੀ ਦਲੇਰੀ ਉਹ ਨਾ ਕਰ ਸਕੀ। ਭਾਵੇਂ ਉਮਰ ਦੀ ਮੈਥੋਂ ਵੱਡੀ ਹੋਵੇ, ਪਰ ਫਿਰ ਵੀ ਮੈਥੋਂ ਉਹ ਰਿਸ਼ਤੇ ਦੇ ਵਿੱਚ ਛੋਟੀ ਥਾਂ ਤੇ ਸੀ ਤੇ ਉਹ ਕੁਝ ਬੋਲ ਨਾ ਸਕੀ। ਬਸ ਮੇਰੇ ਕੋਲ ਆ ਕੇ ਖੜ ਗਈ ਤੇ ਜਵਾਕ ਟਿਕਟਕੀ ਲਗਾ ਕੇ ਮੇਰੇ ਨੂੰ ਵੇਖਣ ਲੱਗੇ। ਮੈਂ ਪੀੜੀ ਤੇ ਬੈਠਾ ਸਾਂ। ਭੂਆ ਭੁੰਜੇ ਬੈਠੀ, ਦੋਹਾਂ ਹੱਥਾਂ ਨਾਲ ਮੇਰੀ ਪਿੱਠ, ਮੇਰਾ ਸਿਰ, ਮੇਰਾ ਮੂੰਹ ਮੱਥਾ ਪਿਆਰਦੀ ਹੋਈ ਮੇਰੇ ਘਰ-ਬਾਰ ਦੀ, ਮੇਰੇ ਬਾਲਾਂ ਦੀ, ਮੇਰੀ ਘਰਵਾਲੀ ਦੀ ਸੁੱਖ ਸਾਂਦ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕੋ ਉੱਤਰ ਘੜੀ ਮੁੜੀ ਦੁਹਰਾਇਆ ਜਾ ਰਿਹਾ ਸੀ, ਹਾਂਜੀ, ਆਹੋ ਜੀ, ਠੀਕ ਹੈ ਜੀ,
ਉਹ ਸ਼ਹਿਰੀਆਂ ਨੂੰ ਹੁਣ ਗੱਲ ਵੀ ਕਿੰਨੀ ਕੁ ਆਉਂਦੀ। ਮੈਂ ਉਸ ਵੇਲੇ ਸੱਚਮੁੱਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸਾਂ। ਦਾੜੀ ਵਾਲਾ ਕਾਕਾ। ਹੁਣ ਮੈਂ ਕਹਾਣੀ ਚੋਂ ਬਾਹਰ ਨਿਕਲ ਕੇ ਤੁਹਾਨੂੰ ਪੁੱਛਦਾ, ਜਦੋਂ ਤੁਹਾਡੇ ਰਿਸ਼ਤਿਆਂ ਦੇ ਵਿੱਚ, ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹਾ ਰਿਸ਼ਤਾ ਭੂਆ ਰੂਪ ਦੇ ਵਿੱਚ, ਮਾਸੀ ਦੇ ਰੂਪ ਦੇ ਵਿੱਚ, ਚਾਚੀ ਦੇ ਰੂਪ ਦੇ ਵਿੱਚ, ਤਾਈ ਦੇ ਰੂਪ ਦੇ ਵਿੱਚ ਇਹੋ ਜਿਹਾ ਪਿਆਰ ਮਿਲੇ ਤਾਂ ਫਿਰ ਤੁਸੀਂ ਦਾੜੀ ਵਾਲਾ ਕਾਕਾ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ ਹੋ? ਕਹਾਣੀ ਅਜੇ ਬਾਕੀ ਹੈ, ਕਹਾਣੀ ਅਜੇ ਬਾਕੀ ਹੈ। ਭੂਆ ਦੇ ਕੋਲ ਬੈਠਾ ਵਾਕਈ ਮੈਂ ਜਿਵੇਂ ਕੋਈ ਦਾੜੀ ਵਾਲਾ ਕਾਕਾ ਹੋਵਾਂ। ਉੱਠ ਕੁੜੇ, ਉੱਠ ਕੇ ਰੋਟੀ ਟੁਕਦਾਰ ਕਰ, ਮੁੰਡਾ ਕਿਤੇ ਵੱਡੇ ਵੇਲੇ ਦਾ ਭੁੱਖਾ ਪਾਣਾ ਹੋਣਾ। ਇੰਨਾ ਕਹਿ ਕੇ ਭੂਆ ਨੇ ਨੂੰਹ ਨੂੰ ਰਸੋਈ ਦੇ ਵੱਲ ਨਸਾ ਦਿੱਤਾ। ਮੈਂ ਬਥੇਰੀ ਉਜ਼ਰਦਾਰੀ ਕੀਤੀ ਪਰ ਉੱਥੇ ਸੁਣਾਈ ਕਾਹਨੂੰ ਹੋਣੀ ਸੀ। ਖਾਣੇ ਦੇ ਡਰੋਂ ਤਾਂ ਮੈਂ ਭੂਆ ਦੇ ਕੋਲ ਆਇਆ ਸੀ। ਭੂਆ ਨੇ ਤਾਂ ਫੇਰ ਆਰਡਰ ਦੇ ਦਿੱਤਾ। ਭੁੱਖ ਮੈਨੂੰ ਉੱਕਾ ਹੀ ਨਹੀਂ ਸੀ, ਸਗੋਂ ਦੁਪਹਿਰੇ ਜਿਹੜੀ ਜੰਝ ਵਿਦੈਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਿਆਈ ਖਾਣੀ ਪਈ ਸੀ ਨਾ ਮੈਨੂੰ ਧੱਕੇ ਦੇ ਨਾਲ, ਉਹਨਾਂ ਤਬੀਅਤ ਬੜੀ ਖਰਾਬ ਹੋ ਗਈ। ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਰਾਤੀ ਕੁਝ ਨਹੀਂ ਖਾਵਾਂਗਾ, ਭੂਆ ਦੇ ਘਰ ਬੈਠ ਕੇ ਬਸ ਜਦੋਂ ਭੁੱਖ ਲੱਗੀ ਸਾਦਾ ਫੁਲਕਾ ਖਾਵਾਂਗਾ, ਪਰ ਰਾਤ ਨੂੰ ਨਹੀਂ। ਅਜੇ ਤਾਂ ਮੈਨੂੰ ਜੰਝ ਵਾਲੀ ਰੋਟੀ ਦੇ ਡਕਾਰ ਆ ਰਹੇ ਸਨ। ਉਹ ਮੇਰੇ ਰੱਬਾ, ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ ਜਦ ਕੁਝ ਦੇਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ। ਚੱਕੀ ਦੇ ਪੁੜ ਜਿੱਡੇ ਦੋ ਵੱਡੇ ਵੱਡੇ ਪਰੌਂਠੇ, ਜਿਨ੍ਹਾਂ ਵਿੱਚੋਂ ਘਿਓ ਵਗ ਵਗ ਕੇ ਥਾਲ ਦੇ ਉਸ ਹਿੱਸੇ ਵੱਲ ਰਲ ਰਿਹਾ ਸੀ ਜਿੱਥੇ ਮੋਟੀਆਂ ਮੋਟੀਆਂ ਸੇਮੀਆਂ ਦਾ ਇੱਕ ਤਕੜਾ ਅੰਬਾਰ ਉਸਰਿਆ ਹੋਇਆ ਸੀ। ਹਾਏ ਓ ਮੇਰੇ ਰੱਬਾ। ਤੇ ਉੱਪਰ ਸੇਮੀਆਂ ਦੇ ਉਸ ਅੰਬਾਰ ਦੇ ਉੱਪਰ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ, ਐਨ ਪੂਰੀ ਘਿਓ ਦੇ ਵਿੱਚ ਲਪੇਟੀ, ਘਿਓ ਤਰ ਤਰ ਕਰ ਰਿਹਾ। ਸੇਮੀਆਂ ਪਈਆਂ, ਘਰ ਦੀਆਂ ਬਣੀਆਂ ਦੇਸੀ ਸੇਮੀਆਂ, ਉੱਪਰ ਸ਼ੱਕਰ ਪਈ ਹੋਈ। ਹਾਏ ਓ ਮੇਰੇ ਰੱਬਾ, ਆ ਮੈਂ ਕੀ ਦੇਖ ਰਿਹਾ? ਮੇਰਾ ਤਾਂ ਪਹਿਲੇ ਬੁਰਾ ਹਾਲ ਸੀ। ਮੈਂ ਬੜੀ ਸਹਿਮੀ ਨਜ਼ਰ ਦੇ ਨਾਲ ਕਦੇ ਥਾਲ ਦੇ ਵੱਲ ਵੇਖਾਂ ਤੇ ਕਦੇ ਆਪਣੇ ਢਿੱਡ ਦੇ ਵੱਲ ਵੇਖਾਂ। ਮੂਸਾ ਮੌਤੋਂ ਭੱਜਿਆ, ਅੱਗੋਂ ਮੌਤ ਖੜੀ। ਆਹੀ ਗੱਲ ਹੋ ਗਈ ਮੇਰੇ ਨਾਲ। ਜਾਂ ਇਹ ਕਹਿ ਲੋ ਕਿ ਅਸਮਾਨ ਤੋਂ ਡਿੱਗੇ ਤੇ ਖਜੂਰ ਤੇ ਅਟ ਕੇ ਆਪਾਂ ਤਾਂ ਫਸ ਗਏ। ਹੁਣ ਭਰਜਾਈ ਨੂੰ ਤਾਂ ਮੈਂ ਸੰਗ ਦੇ ਮਾਰੇ ਕੁਝ ਨਹੀਂ ਕਹਿ ਸਕਦਾ ਨਾ ਉਸ ਵੇਲੇ, ਤੇ ਭੂਆ ਨੂੰ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ। ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ। ਭੂਆ ਜੀ, ਆ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ। ਮੈਂ ਅੱਗੇ ਹੀ ਜਾਂਦੀ ਰੋਟੀ ਖਾਣ ਕਰਕੇ ਬੜਾ ਔਖਾ ਹੈ, ਤਾਂ ਹੀ ਤਾਂ ਮੈਂ ਤੁਹਾਡੇ ਕੋਲ ਆਇਆ। ਪਰ ਬਿਨਾਂ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤਿਆਂ ਭੂਆ ਆਪਣੀ ਹੀ ਵਾਹੀ ਜਾਵੇ, ਭਲਾ ਕਾਕਾ ਇਹ ਹੈ ਕੀ? ਹੌਲੇ ਹੌਲੇ ਦੋ ਫੁਲਕੇ ਨੇ, ਖਾ ਲੈ ਮਾਂ ਸਦਕੇ। ਹਾਏ ਮੇਰਾ ਬੱਚਾ। ਬਸ ਹੁਣ ਬੱਚਾ ਦਾੜੀ ਵਾਲਾ ਕਾਕਾ ਹੁਣ ਬੋਲੇ ਤਾਂ ਬੋਲੇ ਕੀ, ਆਪਾਂ ਚੁੱਪ। ਤੇ ਭੂਆ ਜੀ, ਆ ਇੰਨੀਆਂ ਸੇਮੀਆਂ, ਆ ਫੁਲਕੇ ਤਾਂ ਮੈਂ ਖਾ ਲੂ, ਆ ਇੰਨੀਆਂ ਸੇਮੀਆਂ ਕੌਣ ਖਾਏਗਾ? ਮੈਂ ਇੱਕ ਵਾਰੀ ਫੇਰ ਭੂਆ ਨੂੰ ਆਖਿਆ। ਉਹ ਬੋਲੀ, ਖਾ ਲੈ ਮੇਰਾ ਬੀਬਾ ਪੁੱਤ, ਸੇਮੀਆਂ ਦਾ ਕੀ ਹੈ? ਇਹ ਤਾਂ ਐਵੇਂ ਮੂੰਹ ਮਿੱਠਾ ਕਰਨ ਲਈ ਨੇ। ਵੇਖੇ ਨਾ ਪੁੱਤ, ਇੱਥੇ ਬਾਹਰ ਥਾਵੇਂ ਕੀ ਪਿਆ ਲੱਭਦਾ ਹੈ? ਤੂੰ ਤਾਂ ਆਇਆ ਸ਼ਹਿਰੋਂ। ਬਈ ਸ਼ਹਿਰਾਂ ਨਗਰਾਂ ਦੀ ਗੱਲ ਕੀ ਕਰਨੀ ਏ, ਉੱਥੇ ਤੇ ਜੋ ਬੱਤੀਆਂ ਦੰਦਾਂ ਚੋਂ ਮੰਗੋ ਬਸ ਮਿਲ ਜਾਂਦਾ ਹੈ। ਮੈਨੂੰ ਪਤਾ ਪੁੱਤ, ਸੱਚ ਆਖਿਆ ਕਿਸੇ ਨੇ। ਸ਼ਹਿਰ ਵਸੇਂਦੇ ਦੇਵਤੇ, ਬਾਹਰ ਵਸੇਂਦੇ ਪ੍ਰੇਤ। ਇੱਥੇ ਤਾਂ ਵੀਰਾ ਇਹੋ ਦਾਲ ਸਾਗੀ ਜੋ ਨਾ ਸਾਡੇ ਕੋਲ। ਤੇਰਾ ਫੁੱਫੜ ਜਿਉਂਦਾ ਸੀ, ਅਸੀਂ ਇੱਕ ਵਾਰ ਅੰਮ੍ਰਿਤਸਰ ਗਏ। ਵੀ ਸਦਕੇ ਜਾਈਏ ਗੁਰੂ ਦੀ ਨਗਰੀ ਤੋਂ। ਸਬਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ। ਘਰਾਂ ਦੇ ਪੁਆੜਿਆਂ ਚੋਂ ਕਿੱਥੇ ਨਿਕਲ ਹੁੰਦਾ। ਉਹ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸੂ, ਤਾਂ ਕਿਤੇ ਮੈਨੂੰ ਜਾਣਾ ਪਿਆ। ਮੈਂ ਤੇ ਮੈਨੂੰ ਆਖਣ ਲੱਗਾ, ਸ਼ੰਕਰ ਦੀ ਮਾਂ, ਤੇਰਾ ਫੁੱਫੜ ਸ਼ੰਕਰ ਦੀ ਮਾਂ, ਉਹ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਏ? ਖਸਬਾਂ ਨੂੰ ਖਾਣੀਆਂ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਇੱਥੇ। ਤੂੰ ਚੱਲ ਮੇਰੇ ਨਾਲ। ਤੇ ਮੈਂ ਵੀ ਬਸ ਸਬੱਬੀ ਚਲੀ ਗਈ ਪੁੱਤ। ਦਿਲ ਤੇ ਬਥੇਰਾ ਕਰਦਾ ਹੈ ਵੀ ਫੇਰ ਗੰਗਾ ਮਾਈ ਦਾ ਇਸ਼ਨਾਨ ਕਰਾਵਾਂ। ਸ਼ੰਕਰ ਨੂੰ ਕਿੰਨੀ ਵਾਰੀ ਵਾਸਤੇ ਪਾ ਚੁੱਕੀਆਂ, ਉਹ ਕਿੱਥੇ ਪਰਵਾਹ ਕਰਦਾ? ਉਹ ਨਾ ਮੇਰੀ ਸੁਣਦਾ ਗੱਲ। ਬਸ ਉਸ ਵੇਲੇ ਬਾਬੇ ਦੀ ਨਗਰੀ ਦੇਖ ਲਈ। ਹੁਣ ਕਿੱਥੇ ਜਾ ਹੁੰਦਾ ਪੁੱਤ। ਭੂਆ ਕੋਲ ਬੈਠੀ ਆਪਣੀ ਚੁੰਨੀ ਨੂੰ ਸਵਾਰੇ, ਭੂਆ ਬਿਨਾਂ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਤੇ ਇੱਧਰ ਮੈਂ ਭਰੇ ਹੋਏ ਥਾਲ ਵੱਲ ਨੂੰ ਦੇਖ ਰਿਹਾ ਸੀ। ਨਾਲ ਨਾਲ ਕਹਿਣ ਲੱਗਾ ਸੀ, ਅੱਗੇ ਜਠਾਣੀ ਦੇ ਫੁੱਲ ਲੈ ਕੇ ਗਏ ਸੀ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ। ਮੈਂ ਜਿਵੇਂ ਆਪਣੇ ਮੂੰਹ ਦੇ ਵਿੱਚ ਹੀ ਬੁੜਬੜਾਇਆ ਹਾਂ। ਭੂਆ ਨੇ ਮੇਰੇ ਵੱਲ ਤੱਕਿਆ ਤੇ ਮੈਂ ਫਟਾਫਟ ਦੂਜੇ ਪਾਸੇ ਨੂੰ ਮੂੰਹ ਘੁਮਾ ਲਿਆ। ਅਖੀਰ ਇਹ ਸੋਚ ਕੇ ਅੱਛਾ ਮਨਾ ਹੁਣ ਲੱਗਦਾ ਵੀ ਚੱਲਣੀ ਤਾਂ ਹੈ ਨਹੀਂ। ਹੁਣ ਉਖਲੀ ਸਿਰ ਦਿੱਤਾ ਤਾਂ ਫਿਰ ਹੁਣ 4 ਸੱਟਾਂ ਵੱਧ ਕੀ ਤੇ 4 ਸੱਟਾਂ ਕੱਢ ਕੇ ਹੁਣ ਸਿਰ ਦੇ ਹੀ ਦਿੱਤਾ ਉਖਲੀ ਦੇ ਵਿੱਚ ਤੇ ਖਾਣਾ ਸ਼ੁਰੂ ਅਸੀਂ ਕਰ ਦਿੱਤਾ ਜੀ। ਅਜੇ 2-4 ਬੁਰਕੀਆਂ ਹੀ ਲਾਈਆਂ ਸਨ ਕਿ ਭਰਜਾਈ ਨੇ ਪੰਗਰੇ ਹੋ ਕੇ ਉਹਦਾ ਭਰਿਆ ਹੋਇਆ ਕੋਲਾ ਲਿਆ ਕੇ ਸੇਮੀਆਂ ਉੱਤੇ ਉਲੱਦ ਦਿੱਤਾ ਬਿਨਾਂ ਮੇਰੇ ਪੁੱਛੇ ਠਾ ਕਰਕੇ। ਚੱਲ ਜੀ
ਕਰ ਲਓ ਘਿਓ ਨੂੰ ਭੰਡ। ਘਿਓ ਪਹਿਲਾਂ ਘੱਟ ਸੀ, ਘਿਓ ਸੇਵੀਆਂ ਦੇ ਵਿੱਚੋਂ ਫਿਰਦਾ ਫਰਾਂਦਾ ਸਾਰੇ ਥਾਲ ਦੇ ਵਿੱਚ ਫੈਲ ਗਿਆ ਤੇ ਸੇਵੀਆਂ ਦਾ ਢੇਰ ਸਮੁੰਦਰ ਦੇ ਵਿੱਚ ਖੜੇ ਇੱਕ ਛੋਟੇ ਜਿਹੇ ਜਜ਼ੀਰੇ ਵਾਂਗ ਬਣ ਗਿਆ। ਮੈਂ ਬਥੇਰਾ ਨਾ ਕਰਦਾ ਰਿਹਾ, ਪਰ ਮੇਰੀ ਸੁਣਦਾ ਕੌਣ ਸੀ ਉੱਥੇ। ਇਸ ਆਪ ਸਹੇੜੀ ਮੌਤ ਤੋਂ ਹੁਣ ਕੀਕਣ ਛੁਟਕਾਰਾ ਮਿਲੇ ਬਥੇਰਾ ਸੋਚਿਆ, ਪਰ ਕੋਈ ਰਾਹ ਨਾ ਲੱਭਾ। ਪਰੌਂਠੇ ਤਾਂ ਖੈਰ 2 ਨਹੀਂ ਤਾਂ 1.5 ਕੁ ਮੈਂ ਕਿਸੇ ਤਰ੍ਹਾਂ ਤੁੰਨ ਕੇ ਲੰਘਾ ਗਿਆ। ਬਸ ਔਖੇ ਸੌਖੇ ਹੋ ਕੇ ਪੇਟ ਮੇਰਾ ਪਾਟਣ ਤੇ ਆਇਆ, ਦਿਲ ਭੋਰਾ ਨਾ ਕਰੇ ਕੁਛ ਖਾਣ ਨੂੰ। ਪਰ ਕੰਬਖਤ ਸੇਮੀਆਂ ਦਾ ਕੀ ਬਣੇ ਹੁਣ, ਉਤੋਂ ਐਡਾ ਘਿਓ ਪਾਤਾ ਤੇ ਮਨ ਸਲਾਹ ਹੋ ਐਂ ਕਰਦੇ ਆ ਕਿ ਭੂਆ ਨੂੰ ਹੁਣ ਦਿਸਦਾ ਤਾਂ ਹੈ ਨਹੀਂ। ਮਾੜਾ ਜਿਹਾ ਵੇਲਾ ਢਲਿਆ, ਦਿਨ ਢਲਿਆ, ਭੂਆ ਨੂੰ ਕਿਹੜਾ ਪਤਾ ਲੱਗਣਾ ਅੰਦਰਾਤਾ ਇਹਨੂੰ। ਤਾਂ 1-2 ਰੁੱਗ ਭਰ ਕੇ ਕਿਸੇ ਬੰਨੇ ਸੁੱਟ ਹੀ ਦਿੰਦੇ ਆ ਤਾਂ ਥੋੜਾ ਜਿਹਾ ਭਾਰ ਹਲਕਾ ਹੋਵੇ। ਪਰ ਉਸ ਅੱਖਾਂ ਵਾਲੀ ਕੰਬਖਤ ਭਰਜਾਈ ਦਾ ਕੀ ਕਰਦਾ ਮੈਂ, ਸਾਹਮਣੇ ਜੋ ਖੜੀ ਸੀ ਬਿਟਰ ਤੱਕਦੀ ਹਰ ਵੇਲੇ। ਉੱਤੋਂ ਜਿਹੜੀ ਘਿਓ ਦਾ ਕੌਲ ਖਾਲੀ ਫਰਨ ਤੋਂ ਬਾਅਦ ਦੀ ਵਿੱਚ ਟੋਕਰੇ ਵਾਂਗ ਮੂੰਹ ਲਕੋਈ ਮੇਰੇ ਲਾਗੇ ਪਥੱਲਾ ਮਾਰੀ ਬੈਠੀ ਸੀ, ਜਿਵੇਂ ਮੈਨੂੰ ਖਵਾ ਕੇ ਹੀ ਜਾਣਾ ਹੈ, ਬਸ ਮੇਰਾ ਕਿਰਿਆ ਕਰਮ ਕਰਕੇ ਹੀ ਜਾਣਾ ਇੱਥੋਂ। ਚਿੜੀ ਚੋਗੇ ਵਾਂਗ ਮੈਂ ਇੱਕ ਸੇਵੀ ਮੂੰਹ ਦੇ ਵਿੱਚ ਪਾ ਕੇ ਚਿੱਤ ਕੇ ਲਗਾਉਣ ਦੀ ਕੋਸ਼ਿਸ਼ ਕਰਦਾ ਸਾਂ ਕਿ ਭਰਜਾਈ ਦੇ ਦਿਲ ਵਿੱਚ ਖਬਰੇ ਤਰਸ ਆ ਗਿਆ। ਉਹ ਉੱਠ ਕੇ ਅੰਦਰ ਚਲੀ ਗਈ। ਲੈ ਵੇ ਆ ਮਨ ਨੂੰ ਤਸੱਲੀ ਹੋਈ ਥੋੜੀ। ਮੈਂ ਕਾਹਲੀ ਨਾਲ ਸੱਜੇ ਖੱਬੇ ਤੱਕਿਆ, ਇੱਧਰ ਦੇਖਿਆ ਉੱਧਰ ਦੇਖਿਆ, ਕੱਚਾ ਵਿਹੜਾ, ਉਹ ਛੋਟਾ ਜਿਹਾ ਦਰਖਤ ਲੱਗਿਆ ਉੱਥੇ, ਉਹ ਚੁੱਲ੍ਹਾ ਚੌਕਾ ਪਿਆ। ਭਰਜਾਈ ਇੱਥੋਂ ਚਲੀ ਗਈ ਆ, ਭੂਆ ਬੈਠੀ ਆ ਉੱਥੇ ਬਿਲਕੁਲ ਚੁੱਲ੍ਹੇ ਦੇ ਮੂਹਰੇ, ਉਹਨੂੰ ਨਜ਼ਰ ਕੋਈ ਨਹੀਂ ਆਉਣਾ। ਮੈਨੂੰ ਲੱਗਾ ਵੀ ਆਜ ਸਮਾਂ ਆ ਬਿਲਕੁਲ ਸਹੀ ਆ ਜਿਹੜਾ ਕਿ ਹੁਣ ਆਪਾਂ ਆਪਣਾ ਕੰਮ ਕਰ ਦਈਏ। ਮੈਂ ਕਾਹਲੀ ਨਾਲ ਸੱਜੇ ਖੱਬੇ ਤੱਕਿਆ ਤੇ ਕਿਹੜੇ ਪਾਸੇ ਰੁੱਗ ਸੁੱਟਾਂ। ਪਿਛਲੀ ਕੰਧ ਦੇ ਨੁਕਰੇ ਇੱਕ ਤੰਦੂਰ ਲੱਗਿਆ ਹੋਇਆ ਸੀ ਐਨ ਮੇਰੇ ਪਿੱਛੇ। ਮੈਂ ਸੋਚਿਆ ਆ ਜਗ੍ਹਾ ਠੀਕ ਹੈ, ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸਵਾਹ ਨੂੰ ਹੇਠਾਂ ਉਤਾਰ ਕਰਕੇ ਢੱਕ ਛੱਡਾਂਗੇ ਬਸ। ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਦੇ ਵਿੱਚ ਆ ਸਕਦੀਆਂ ਸਨ ਰੁੱਗ ਭਰ ਲਿਆ। ਹੱਥ ਪਿਛਾਂਹ ਲਿਜਾਣ ਲਈ ਮੈਂ ਥਾਲੀ ਤੇ ਚੁੱਕਿਆ ਇਸੇ, ਫਿਰ ਉਹ ਭਾਬੀ ਸਿਰ ਤੇ ਆ ਧਮਕੀ ਤੇ ਬਿਨਾਂ ਪਿੱਛੇ ਇੱਕ ਹੋਰ ਪਰੌਂਠਾ ਥਾਲੀ ਦੇ ਵਿੱਚ ਦੇ ਮਾਰਿਆ। ਸੇਵੀਆਂ ਮੈਂ ਮੁੜ ਘਬਰਾ ਕੇ ਸੁੱਟਣ ਦੀ ਬਜਾਏ ਮੁੜ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਛੱਡ ਬੈਠਾ। ਬੱਲੇ ਵੀ ਹੁਣ ਖੈਰ ਨਹੀਂ, ਸੇਵੀਆਂ ਵੀ ਵਾਪਸ ਪਰਤ ਆਈਆਂ ਤੇ ਉੱਤੋਂ ਇੱਕ ਹੋਰ ਪਰੌਂਠਾ ਠਾਹ ਕਰਕੇ ਥਾਲੀ ਦੇ ਵਿੱਚ ਆ ਵੱਜਿਆ। ਓਏ ਹੋਏ ਬਈ ਅੱਧਾ ਪਚੱਧਾ ਮਕਾ ਕੇ ਕਿਸੇ ਤਰ੍ਹਾਂ ਇਸ ਕਾਲ ਰੂਪੀ ਥਾਲ ਤੋਂ ਮੇਰੀ ਖਲਾਸੀ ਹੋਈ। ਪਰ ਹੁਣ ਇੱਥੋਂ ਉੱਠ ਕੇ ਮੰਜੇ ਤੀਕ ਜਾਣ ਦੀ ਹਿੰਮਤ ਉਹ ਆਪਣੇ ਕੋਲ ਨਹੀਂ ਸੀ। ਪੇਟ ਪਾਟਣ ਤੇ ਆਇਆ, ਜਾਂ ਮੈਂ ਉੱਠਾਂ ਜਾਂ ਪੇਟ ਨੂੰ ਫੜ ਕੇ ਠਾਲਾਂ। ਬਸ ਆਪਣੀ ਹਿੰਮਤ ਇੱਥੇ ਸੀ, ਸਾਹ ਨਾ ਸਾਹ ਨਹੀਂ ਸੀ ਰਲਦਾ। ਉਹ ਭਲਿਆ ਮਨਾ, ਉਹਦੇ ਨਾਲੋਂ ਤਾਂ ਜੰਜ ਵਾਲੀ ਰੋਟੀ ਠੀਕ ਸੀ। ਅਖੀਰ ਕਿਸੇ ਤਰ੍ਹਾਂ ਇਹ ਮੁਹਿੰਮ ਵੀ ਪੂਰੀ ਹੋਈ। ਵਿਹੜੇ ਦੇ ਵਿੱਚੋਂ ਵਿਛੇ ਹੋਏ ਬਿਸਤਰੇ ਤੇ ਜਾ ਠੱਠਾ ਹੌਲੀ ਪਤਾ ਨਹੀਂ ਕਿੱਦਾਂ ਘੜੀ ਮੁੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਜੇ ਮੈਂ ਮਰਨਾ ਹੀ ਸੀ, ਉਹ ਯਾਰ ਜੇ ਮੈਂ ਮਰਨਾ ਹੀ ਸੀ ਉੱਥੇ ਜੰਜ ਤੇ ਮਰ ਜਾਂਦਾ, ਜਾਂ ਘਰ ਜਾ ਕੇ ਕਿਉਂ ਨਾ ਮਰ ਜਾ, ਇੱਥੇ ਆ ਕੇ ਇੰਤਜ਼ਾਮ ਕਰਨਾ ਜ਼ਰੂਰੀ ਸੀ, ਉਹ ਵੀ 35 ਸਾਲਾਂ ਬਾਅਦ। ਜਿਵੇਂ ਨਾ ਅਕਲਕਾਂਦ ਆ ਗਈ। ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਉਸਲ ਵੱਟੇ ਲੈਂਦਾ ਸਾਂ, ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ। ਅਫਰੇਮਾ ਵੱਧਦਾ ਜਾ ਰਿਹਾ ਤੇ ਉੱਤੋਂ ਆਖਰਾਂ ਦਾ ਵੱਟ ਤੇ ਮੁੜਕਾ ਵਗ ਕੇ ਵਿਛਾਈ ਭਿਓ ਰਿਹਾ ਸੀ ਤੇ ਪੱਖੀ ਮੇਰੇ ਕੋਲ ਪਈ ਸੀ, ਪਰ ਫੜ ਕੇ ਚੱਲਣ ਦੀ ਹੁਣ ਹਿੰਮਤ ਕਿਹਦੇ ਕੋਲ ਸੀ। ਜਾਂ ਤਾਂ ਮੇਰਾ ਹੱਥ ਢਿੱਡ ਤੇ ਜਾਵੇ, ਕਦੀ ਇਧਰੋਂ ਦੱਬਾਂ ਕਦੀ ਉਧਰੋਂ ਦੱਬਾਂ, ਤੇ ਨਾਲ ਡਰ ਕੇ ਤੇ ਜਾਰਾ ਦੱਬਿਆ ਕਿਤੇ ਢਿੱਡੀ ਨਾ ਫਟ ਜਾਵੇ। ਆਹ ਤਾਂ ਹਾਲਤ ਪਈ ਹੋਈ ਸੀ। ਆਓ ਕਹਾਣੀ ਚੋਂ ਬਾਹਰ ਨਿਕਲਦੇ ਆ। ਫਿਰ ਤੁਹਾਡੇ ਨਾਲ ਕਦੀ ਹੋਇਆ ਏਦਾਂ? ਜ਼ਰਾ ਸੋਚੋ ਜ਼ਰਾ। ਵੀ ਅੱਧਾ ਪੌਣਾ ਘੰਟਾ ਮੱਛੀ ਵਾਂਗ ਤੜਫਿਆ, ਪਰ ਫੇਰ ਹੋਰ ਬਰਦਾਸ਼ਤ ਨਾ ਹੋ ਸਕਿਆ। ਉੱਠ ਕੇ ਬਹਿ ਗਿਆ ਤੇ ਸੋਚਣ ਲੱਗਾ ਵੀ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਹਨੂੰ ਆ ਕੇ ਥੋੜੀ ਜਿਹੀ ਜਵੈਣ ਹੀ ਮੰਗਵਾ ਲੈਨੇ, ਮਾੜਾ ਮੋਟਾ ਢਿੱਡ ਨੂੰ ਤਰਾਸ ਹੀ ਹੋਊ ਯਾਰ। ਇੰਨੀ ਗੱਲ ਸੀ। ਪਤਾ ਨਹੀਂ ਕਿਵੇਂ ਉੱਠ ਕੇ ਮੈਂ ਬੈਠਾ ਸੌਖਾ ਹੋ ਕੇ। ਤਾਂ ਹੀ ਖਬਰ ਮਿਲੀ, ਫੇਰ ਲੰਮਾ ਘੁੰਡ ਕੱਢੀ ਭਰਜਾਈ ਆ ਮੌਜੂਦ ਹੋਈ ਮੇਰੇ ਸਾਹਮਣੇ। ਲੈ ਆ ਮੇਰੀ ਮੌਤ ਦੇ ਵਿੱਚ ਜਿਹੜੀ ਮਾੜੀ ਮੋਟੀ ਕਸਰ ਬਾਕੀ ਸੀ ਨਾ, ਬਸ ਸ਼ਾਇਦ ਉਹੀ ਪੂਰਾ ਕਰਨਾ ਹੀ ਸੀ। ਭਲਾ ਕਿਵੇਂ? ਉਹਦੇ ਹੱਥ ਦੇ ਵਿੱਚ ਕੰਡਿਆਂ ਤੀਕ ਭਰਿਆ ਹੋਇਆ ਦੁੱਧ ਦਾ ਛੰਨਾ, ਜਿਵੇਂ ਡੁੱਲਣ ਲੱਗਾ ਹੋਵੇ, ਐਨ ਕੰਡਿਆਂ ਤੀਕ ਭਰਿਆ ਹੋਇਆ। ਹਾਏ ਹੋਏ, ਉਹਨੂੰ ਦੇਖ ਕੇ ਤਾਂ ਮੇਰੇ ਅੰਦਰੋਂ ਜਿਵੇਂ ਨਾ ਬਸ ਹਾਏ ਨਿਕਲੀ ਪਈ, ਰੱਬਾ ਆ ਛੰਨੇ ਚੱਕਣ ਤੋਂ ਪਹਿਲਾਂ ਤੂੰ ਮੈਨੂੰ ਚੱਕ ਲੈ। ਭਰਜਾਈ ਦੀ ਥਾਂ ਤੇ ਜੇ ਕਿਤੇ ਇਸ ਵੇਲੇ ਮੇਰੀ ਬੋਟੀ ਹੁੰਦੀ ਨਾ ਤਾਂ ਇਹੀ ਸੜਦੇ ਦੁੱਧ ਦਾ ਛੰਨਾ ਖੋ ਕੇ ਤੇ ਮੂੰਹ ਤੇ ਚੱਕ ਮਾਰਦਾ ਯਾਰ। ਪਰ ਕਰਦਾ ਕੀ, ਇਹ ਤਾਂ ਭਰਜਾਈ ਸੀ ਤੇ ਫੇਰ ਵੀ ਭੂਆ ਦੀ ਨੂੰ ਹੁਣੇ ਦੇ ਨਾਲ ਤਾਂ ਆਪਣੀ ਬੋਲ ਚਾਲ ਵੀ ਹੈ ਨਹੀਂ। ਹੁਣ ਨਾ ਤਾਂ ਮੈਂ ਸੁਣਦੀ ਉਹ ਮੇਰੀ ਗੱਲ ਨੂੰ, ਮੇਰੀ ਨਾ ਤਾਂ ਉਹਨੂੰ ਜਿਵੇਂ ਸਮਝ ਹੀ ਨਹੀਂ ਸੀ ਆਉਂਦੀ। ਬਸ ਜਿਵੇਂ ਚੀਜ਼ ਆਈ ਸੀ ਫੜਾ ਕੇ ਹੀ ਜਾਣਾ। ਉਹਨੂੰ ਵੀ ਲੱਗਦਾ ਭੂਆ ਦਾ ਡਰ ਸੀ। ਇੱਕ ਵਾਰੀ ਇਨਕਾਰ, ਦੂਜੀ ਵਾਰੀ ਇਨਕਾਰ,
ਵਾਰ, ਤੀਜੀ ਵਾਰੀ ਪਰ ਭਰਜਾਈ ਦੇ ਬੋਲਣਾ ਥੋੜਾ ਸੀ, ਹੱਥ ਦੇ ਵਿੱਚ ਕਟੋਰਾ ਜੇ ਲਈ ਜਿਉਂ ਦੀ ਤਿਉਂ ਖੜੀ ਰਹੀ, ਬਸ ਜਿਵੇਂ ਬਹੁਤ ਵੱਡੀ ਮੁਸੀਬਤ ਸਿਰ ਤਾਣ ਖੜਦੀ ਹੈ, ਬਸ ਠੀਕ ਉਸੇ ਤਰ੍ਹਾਂ ਮੈਂ ਦੁੱਧ ਦੇ ਛੰਨੇ ਵੱਲ ਦੇਖ ਦੇਖ ਕੇ ਜਿਵੇਂ ਨਾ ਉਬਲ ਰਿਹਾ ਹਾਂ। ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇੱਕ ਵਿਉਂਤ ਸੁਝੀ। ਮੈਂ ਕਟੋਰਾ ਲੈ ਕੇ ਪੈਂਦ ਵੱਲੋਂ ਖੇਸ ਚੁੱਕ ਕੇ ਉੱਥੇ ਟਿਕਾਉਂਦਾ ਹੋਇਆ ਕਿਹਾ, ਮੈਨੂੰ ਠੰਡਾ ਪੀਣ ਦੀ ਆਦਤ ਹੈ ਜੀ, ਰਤਾ ਕਿ ਉਹਨੂੰ ਠੰਡਾ ਹੋਣ ਦਿਓ ਫਿਰ ਮੈਂ ਪੀਣਾ। ਉਹ ਸ਼ਾਇਦ ਆਪਣੇ ਜੇਠ ਨੂੰ ਇੰਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ, ਜਾਂ ਖਬਰੇ ਇਹ ਖਿਆਲ ਕਰਕੇ ਕਿ ਜੇਠ ਜੀ ਦੁੱਧ ਪੀਣ ਲਈ ਬਹੁਤ ਉਤਾਵਲੇ ਹੋਣਗੇ, ਭੱਜ ਕੇ ਗੜਵੀ ਚੁੱਕ ਲਿਆਈ ਤੇ ਫੈਂਟ ਕੇ ਠੰਡਾ ਕਰਨ ਲੱਗੀ। ਲਓ ਜੀ ਹੋਰ ਕਰ ਲਓ ਗੱਲ। ਹੁਣ ਤਾਂ ਵੀ ਨਹੀਂ ਮੌਕਾ ਦਿੱਤਾ ਕਿ ਇਹਨੂੰ ਮੈਂ ਰੱਖ ਕੇ ਥੋੜੀ ਦੇਰ ਮੈਂ ਠੰਡਾ ਕਰ ਲਵਾਂ। ਭੱਜ ਕੇ ਗਈ ਵੀ ਕਿਤੇ ਜੇਠ ਭੁੱਖਾ ਹੀ ਨਾ ਰਹਿ ਜਾਏ। ਫਟਾਫਟ ਦੁੱਧ ਫੈਂਟਣ ਲੱਗੀ ਠੰਡਾ ਕਰਨ ਵਾਸਤੇ, ਵੀ ਹੁਣੇ ਮੂੰਹ ਚ ਪਾਉਣਾ ਜੀ। ਬਸ ਠੰਡਾ ਕਰਕੇ ਛੰਨਾ ਮੇਰੇ ਹੱਥ ਵਿੱਚ। ਹੁਣ ਖਿਆਲ ਸੀ ਸ਼ਾਇਦ ਫੜਾ ਕੇ ਤੁਰਦੀ ਬਣੇਗੀ, ਪਰ ਸੱਸ ਨੇ ਸ਼ਾਇਦ ਉਹਨੂੰ ਚੇਤਾਵਨੀ ਕਰਕੇ ਭੇਜਿਆ ਸੀ, ਇਹਨੂੰ ਪਲਾ ਕੇ ਮੁੜਨਾ, ਉਹਨੂੰ ਮਾਰ ਕੇ ਮੁੜਨਾ। ਪਰ ਉੱਥੇ ਖੜੀ। ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਮੈਨੂੰ ਕੋਈ ਸੰਖੀ ਦੀ ਗੋਲੀ ਦੇ ਦਿੰਦਾ ਨਾ, ਤਾਂ ਨਿਸ਼ਚੈ ਹੀ ਮੈਂ ਉਹਨੂੰ ਤਰਜੀਹ ਦਿੰਦਾ, ਮੇਰਾ ਸਿਆਪਾ ਮੁੱਕੇ। 1 ਘੁੱਟ, 2 ਘੁੱਟ, 3 ਘੁੱਟ, 4 ਘੁੱਟ, ਪਰ ਕੀ ਇਸ ਤਰ੍ਹਾਂ ਇਹ ਛੱਪੜ ਜਿਹਾ ਛੰਨਾ ਮੁੱਕਣ ਵਾਲਾ ਸੀ? ਨਾ। ਹੁਣ ਖਸਮਾਂ ਨੂੰ ਖਾ ਗਿਆ ਇਹੋ ਜਿਹਾ ਸੰਕੋਚ, ਮੇਰੀ ਨਹੀਂ ਸਲਾਹ ਹਾਲੇ ਮਾਰਨ ਦੀ। ਆਹ ਗੱਲ ਸੋਚ ਕੇ ਮੈਂ ਬਸ ਕਹਿੰਦਿਆਂ ਹੋਇਆ ਛੰਨਾ ਉਸਦੇ ਵੱਲ ਵਧਾਇਆ, ਪਰ ਉਹ ਫੜਨ ਦੀ ਬਜਾਏ ਇੱਕ ਕਦਮ ਹੋਰ ਪਿਛਾਂ ਹਟ ਗਈ। ਆ ਲਓ ਜੀ, ਨਾ ਉਹਦੇ ਮੂੰਹ ਚੋਂ ਕੋਈ ਲਫ਼ਜ਼ ਨਿਕਲੇ, ਪਿੱਛੇ ਨੂੰ ਹਟ ਗਈ, ਮਾਣੋ ਜਿਵੇਂ ਇਸ ਦੀ ਸ਼ੋਅ ਦੇ ਨਾਲ ਪਿੱਟੀ ਜਾਏਗੀ। ਢੀਠ ਪੁਣੇ ਦੇ ਤਾਣ ਮੈਂ ਹੱਥ ਪਿਛਾਂ ਖਿੱਚਿਆ। ਗੁੱਸੇ ਤੇ ਤਕਲੀਫ ਦੇ ਨਾਲ ਮੈਂ ਜਿਵੇਂ ਪਾਗਲ ਜਿਹਾ ਹੋ ਰਿਹਾ ਸਾਂ। ਅੱਛਾ ਜ਼ਰਾ ਠਹਿਰ ਕੇ ਪੀਆਂਗਾ ਕਹਿ ਕੇ ਮੈਂ ਛੰਨੇ ਨੂੰ ਜਾਣਬੁੱਝ ਕੇ ਪੈਂਦ ਵੱਲ ਮੰਜੀ ਦੀ ਹੀ ਉੱਤੇ ਰੱਖ ਦਿੱਤਾ। ਹੁਣ ਹੀ ਇੰਨੀ ਚੌੜੀ ਨਹੀਂ ਸੀ ਕਿ ਇਸ ਪਰਾਤ ਜਿੱਡੇ ਛੰਨੇ ਨੂੰ ਝੱਲ ਸਕੇ। ਛੰਨਾ ਠਾ ਕਰਦਾ ਪੁੰਜੇ ਪਿਆ ਤੇ ਦੁੱਧ ਸਾਰਾ ਗਿਆ ਡੁੱਲ। ਚਲੋ ਜੀ, ਓਹੋ ਕਹਿ ਕੇ ਮੈਂ ਛੰਨਾ ਪੁੰਜੇ ਚੁੱਕਿਆ ਤੇ ਭਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ। ਅੰਦਰੋਂ ਆਵਾਜ਼ ਆਈ, ਕੀ ਹੋਇਆ ਕੁੜੇ? ਕੀ ਹੋਇਆ? ਕਾਹਦੀ ਆਵਾਜ਼ ਆਈ ਆ? ਕਹਿੰਦੀ ਹੋਏ ਭੂਆ ਆਪਣੀ ਡੰਗੋਰੀ ਖੜਕਾਂਦੀ ਮੇਰੇ ਪਾਸ ਹੌਲੀ ਹੌਲੀ ਆ ਪੁੱਜੀ। ਭਾਵੇਂ ਦਿਖਦਾ ਨਹੀਂ ਸੀ ਭੂਆ ਨੂੰ, ਪਰ ਕੰਨ ਪੂਰੇ ਤੇਜ਼ ਸੀ ਉਹਦੇ। ਕੁਝ ਨਹੀਂ ਬੀਬੀ, ਦੁੱਧ ਡੁੱਲ ਗਿਆ ਹੈ। ਨੂੰਹ ਨੇ ਬੜੀ ਸ਼ਰਮਿੰਦਗੀ ਭਰੀ ਜਿਹੀ ਆਵਾਜ਼ ਦੇ ਵਿੱਚ ਕਿਹਾ। ਲੈ ਤਾਂ ਫੇਰ ਕੀ ਹੋਇਆ? ਤਾਂ ਦੁੱਧ ਦਾ ਕਾਲਾ ਹੈ ਜਾਂ ਹੋਰ ਜਾਂ ਅੰਦਰੋਂ ਲੈ ਕੇ ਆ। ਫੇਰ ਕੀ ਹੋ ਗਿਆ? ਦੁੱਧ ਛੰਨੇ ਸਾਡੇ ਕੋਲ ਥੋੜੇ ਆ। ਇਹ ਕਹਿੰਦੀ ਭੂਆ ਨੇ ਮੇਰੇ ਕੋਲ ਆ ਬੈਠੀ। ਮੈਂ ਆਖਿਆ ਪੁੱਤ 2 ਘੜੀਆਂ ਬਹਿ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ। ਫਿਰ ਸੋਚਿਆ ਥੱਕਿਆ ਹੋਵੇਗਾ, ਕਾਹਨੂੰ ਔਖਿਆ ਕਰਾਂ, ਸੂ ਰਮਾਨ ਕਰ ਲਵੇ 2 ਘੜੀਆਂ। ਮੈਂ ਦਿਲ ਦੇ ਵਿੱਚ ਆਖਿਆ ਭੂਆ ਹੁਣ ਤੂੰ ਜ਼ਰੂਰ ਹਰਿਦੁਆਰ ਦਾ ਇਸ਼ਨਾਨ ਕਰੇਂਗੀ, ਜੋ ਤੁਸੀਂ ਮੇਰੀ ਹਾਲਤ ਕੀਤੀ ਹੋਈ ਹੈ। ਇਸ ਵੇਲੇ ਨੂੰਹ ਨੇ ਆ ਕੇ ਸੱਸ ਦੇ ਕੰਨ ਦੇ ਵਿੱਚ ਕੁਝ ਕਿਹਾ ਤੇ ਭੂਆ ਨੇ ਗੁੱਸੇ ਦੇ ਨਾਲ ਉੱਤਰ ਦਿੱਤਾ, ਕੀ ਆਖਿਆ ਈ? ਜਾਗ ਲਾ ਛੱਡੀ ਐ ਸਾਰੇ ਦੁੱਧ ਨੂੰ। ਹਾਏ ਹਾਏ ਰੱਬਾ, ਮੈਂ ਕਹੀ ਸੜ ਗਈ ਐ ਸੱਤੋਂ। ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ? ਮੁੰਡਾ ਵਿਚਾਰਾ ਹੁਣ ਮੇਰਾ ਝਾਟਾ ਪੀਊਗਾ। ਸਵੇਰ ਦਾ ਭੁੱਖਣ ਭਾਰਾ ਮੇਰਾ ਪੁੱਤ ਸੰਧਿਆ ਵੇਲੇ ਦੇ 2 ਫੁਲਕੇ ਖਾਦੇ ਸੂ, ਥੋੜੀ ਜਿਹੀਆਂ ਸੇਮੀਆਂ ਖਾਦੀਆਂ ਸੂ, ਇੰਨਾ ਕੁ ਦੇਸੀ ਘੂ ਖਾਦਾ ਸੂ। ਇਹਨੇ ਵਿਚਾਰੇ ਨੇ ਕਿਹੜਾ ਕੋਈ ਸਾਡੇ ਕੋਲ ਰੋਜ਼ ਆਉਣਾ ਹੈ ਸਾਡੇ ਘਰ? ਜਾ ਕੇ ਰਾਮੇ ਕਿਆ ਦੇ ਘਰੋਂ ਦੁੱਧ ਦਾ ਛੰਨਾ ਲੈ ਕੇ ਆ, ਜਾ ਭੱਜਾ ਤੂੰ। ਨਾ ਭੂਆ ਜੀ, ਤੁਹਾਨੂੰ ਮੇਰੇ ਸਿਰ ਦੀ ਸਹੁੰ, ਜੇ ਦੁੱਧ ਨੂੰ ਭੇਜੋ ਤੁਸੀਂ। ਮੈਂ ਤਰਲੇ ਦੇ ਨਾਲ ਕਿਹਾ। ਤਰਲੇ ਨਾਲ ਕੀ? ਮੈਨੂੰ ਕਿ ਭਾਵੇਂ ਤੁਸੀਂ ਭਰਜਾਈ ਦੇ ਪੈਰੀ ਹੱਥ ਵੀ ਲਵਾ ਲੈਂਦੇ ਨਾ, ਮੈਂ ਦਿਲ 'ਚ ਕਹਾਂ ਮੈਂ ਉਸ ਵੇਲੇ ਉਹਦੇ ਪੈਰੀ ਫੜਨ ਨੂੰ ਵੀ ਤਿਆਰ ਸੀ। ਨਾ ਭੂਆ ਜੀ, ਛੱਡੋ, ਰਹਿਣ ਦਿਓ ਤੁਸੀਂ ਇਹਨੂੰ। ਦੋਸਤੋ ਇਹ ਕਹਾਣੀ ਹੈ ਭੂਆ, ਹਜੇ ਕਹਾਣੀ ਚੱਲਦੀ ਹੈ। ਜਿਹੜਾ ਪਹਿਰਾ ਹੈ, ਮੈਂ ਚਾਹੁੰਦਾ ਤੁਸੀਂ ਇਸ ਨੂੰ ਮਹਿਸੂਸ ਕਰਿਓ। ਹੁਣ ਤੁਸੀਂ ਆਪਣੇ ਆਪ ਨੂੰ ਭੂਆ ਦੀ ਗੋਦ ਦੇ ਵਿੱਚ ਮਹਿਸੂਸ ਕਰੋਗੇ। ਵਾਕਈ ਆ ਜ਼ਰਾ ਸੁਣਨਾ। ਨਾ ਭੂਆ ਜੀ ਨਾ, ਤੁਹਾਨੂੰ ਮੇਰੇ ਸਿਰ ਦੀ ਸਹੁੰ, ਜੇ ਦੁੱਧ ਨੂੰ ਤੁਸੀਂ ਇਹਨੂੰ ਭੇਜੋ। ਮੈਂ ਬੜੇ ਤਰਲੇ ਕਰ ਰਿਹਾ ਸੀ। ਲੈ ਹੋਰ ਸੁਣ ਭੂਆ ਬੜੀ ਪਿਆਰ ਭਰੀ ਘੁਰਕੀ ਦੇ ਨਾਲ ਬੋਲੀ, ਵੇ ਪੁੱਤ ਇਹ ਵੀ ਕੋਈ ਰਾਹ ਪਿਆ ਹੈ? ਹਾਂ ਮੇਰਾ ਪੁੱਤ, ਸਵੇਰ ਦਾ ਭੁੱਖਣ ਭਾਣਾ ਮਾਂ ਸਦਕੇ, ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਪੁੱਤ? ਇਹ ਕੋਈ ਬਗਾਨਾ ਘਰ ਹੈ ਪੁੱਤ। ਜੀਓ ਜਾਗੋ ਮੈਂ ਕੇ ਸਹਿ ਕੇ ਲਿਆ ਸੀ ਤੈਨੂੰ ਪੁੱਤ। ਵੇ ਪੁੱਤ, ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਸੀ ਤੇਰੇ ਜੰਮਣ ਦੀਆਂ ਮੇਰਾ ਪੁੱਤ। ਜਦੋਂ ਤੂੰ ਜੰਮਿਆ ਬਹੁਤ ਅਸੀਂ ਪਾਪੜ ਵੇਲੇ ਤੈਨੂੰ ਕਿਤੇ ਉਦਾਂ ਹੀ ਲੈ ਲਿਆ ਸੀ ਅਸੀਂ। ਤੈਨੂੰ ਕਿਉਂ ਨਾ ਦੁੱਧ ਪਿਆਵਾਂ? ਲੈ ਸੁਣ, 3 ਘਰਾਂ ਵਿੱਚੋਂ ਤੂੰ ਤੇ ਵੱਡਿਆਂ ਦੀ ਨਿਸ਼ਾਨੀ ਹੈ ਵੇ ਮੇਰਾ ਪੁੱਤਰਾ। ਕਿਹੜੇ ਜ਼ਫਰ ਨੇ ਜਿਹੜੇ ਤੈਨੂੰ ਲੈਣ ਲਈ ਅਸਾਂ ਨਹੀਂ ਜਾਲੇ ਹੋਣੇ? 3 ਭਰਾ ਸਨ ਸੁੱਖ ਨਾਲ ਤੇਰੇ ਭਾਈਏ ਹੋਣੇ। ਪਹਿਲਾਂ ਮਨ ਕੇ ਵੱਡਾ ਵਿਆਹਿਆ, ਵਿਚਾਰਾ ਖਾਰਿਓ ਵੀ ਨਹੀਂ ਸੀ ਲੱਥਾ, ਰੰਡਾ ਹੋ ਬੈਠਾ। ਮੁੜ ਮਰਦਾ ਮਰ ਗਿਆ, ਬੂਹਾ ਨਾ ਖੁੱਲਿਆ। ਉਦੋਂ ਨਿੱਕਾ ਸੀ ਦੌਲਤ ਸੋਂ ਤੇਰਾ ਤਾਇਆ,
ਸੁਰਗਾਂ 'ਚ ਵਾਸਾ ਹੋਵੇ ਸੂ, ਧਰਤੀ ਤੇ ਲੱਤ ਦਿੱਤਿਆਂ ਪਾਣੀ ਆਉਂਦਾ ਸੀ। ਡਾਢਾ ਹੀ ਸੁਨੱਖਾ। ਭੈੜੀ ਮੌਤ ਨੇ ਮਹਿਕਦਾ ਫੁੱਲ ਹੀ ਤੋੜ ਲਿਆ। ਸਾਰੇ ਰਿਸ਼ਤਿਆਂ ਨੂੰ ਯਾਦ ਕਰਕੇ ਭੂਆ ਦੇ ਅਥਰੂ ਵਗ ਕੇ ਉਸ ਦੀਆਂ ਗੱਲਾਂ ਦੇ ਟੋਇਆਂ ਦੇ ਵਿੱਚ ਭਰਨ ਲੱਗ ਪਏ। ਭੂਆ ਬਿਲਕੁਲ ਮੇਰੇ ਐਨ ਸਾਹਮਣੇ ਬੈਠੀ ਸੀ। ਭਰਜਾਈ ਚਲੀ ਜਾ ਚੁੱਕੀ ਸੀ ਦੁੱਧ ਲੈਣ, ਤੇ ਭੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ। ਭਾਵੇਂ ਉਸ ਦੀ ਇਹ ਕਥਾ ਬੜੀ ਦਿਲਚਸਪ ਤੇ ਕਰੁਣਾ ਭਰੀ ਸੀ, ਬੜੀ ਜਜ਼ਬਾਤੀ ਸੀ, ਪਰ ਮੇਰਾ ਬਹੁਤਾ ਖਿਆਲ ਆਪਣੀ ਮੌਤ ਦੇ ਸੁਨੇਹੇ ਉਸ ਛੰਨੇ ਦੇ ਵੱਲ ਸੀ। ਕਿਤੇ ਭਰਜਾਈ ਫੇਰ ਨਾ ਛੰਨਾ ਲੈ ਕੇ ਆ ਜਾਏ ਦੁੱਧ ਦਾ। ਤੇ ਇੱਧਰ ਮੈਂ ਭੂਆ ਦੇ ਚਿਹਰੇ ਦੇ ਵੱਲ ਤੱਕਦਾ ਰਿਹਾ, ਝੁਰੜੀਆਂ ਵਾਲਾ ਚਿਹਰਾ, ਗਰੀਬੜੀ ਜਿਹੀ, ਤੇ ਉਹਨਾਂ ਝੁਰੜੀਆਂ ਦੇ ਵਿੱਚੋਂ ਹੰਝੂ ਵਗ ਕੇ ਥੱਲੇ ਨੂੰ ਵਗਦੇ ਪਏ। ਭੂਆ ਬੋਲਦੀ ਗਈ, ਪੁੱਤ ਵੀ ਵਿਆਹ ਨੂੰ ਵਰਾ ਨਹੀਂ ਸੀ ਬੀਤਿਆ, ਬੂਹੇ ਦੇ ਨਾਲ ਬੰਨੇ ਹੋਏ ਸ਼ਰੀਰ ਵੀ ਨਹੀਂ ਸਨ ਸੁੱਕੇ, ਮੌਤ ਭੈੜੀ ਨੇ ਨਿਗਲ ਲਿਆ। ਚੱਪੇ ਜਿੰਨੀ ਬੋਟੀ ਬੂਹੇ ਤੇ ਬਹਿ ਗਈ। ਸਭਨਾਂ ਤੋਂ ਛੋਟਾ ਸੀ ਪੁੱਤ ਤੇਰਾ ਪਿਓ, ਸਾਰਿਆਂ ਤੋਂ ਛੋਟਾ, ਲਾਡਾਂ ਨਾਲ ਪਾਲਿਆ ਸੀ। ਜਿਉਂ ਵਿਆਹਿਆ 8 ਵਰੇ ਬੀਤ ਗਏ, ਵੇਲਾ ਚੂਆਂ ਨਾ ਪਿਆ, ਵੇ ਪੁੱਤ ਕੋਈ ਥਾਂ ਨਾ ਛੱਡਿਆ। ਹਾਏ ਹਾਏ, ਉਹਦੀ ਤਾਂ ਕੋਈ ਔਲਾਦ ਨਾ ਹੋਵੇ। ਸੁਖਣਾ ਸੁਖੀਆਂ ਬਾਬੇ ਦੇ ਅਰਦਾਸਾਂ ਕੀਤੀਆਂ, ਦੀਵੇ ਬਾਲੇ, ਖਵਾਜੇ ਪੀਰ ਦੇ ਜਾ ਕੇ ਅਸੀਂ ਦੀਵੇ ਬਾਲੇ, ਮੱਥੇ ਟੇਕੇ, ਕੋਈ ਥਾਂ ਨਾ ਛੱਡਿਆ, ਕੋਈ ਪੀਰ ਫਕੀਰ ਨਾ ਛੱਡਿਆ। ਹਨੂਮਾਨ ਦੇ ਜਾਗੇ ਕੀਤੇ, ਭੈਰੋਂ ਦੀਆਂ ਕੰਜਕਾਂ ਜਵਾਈਆਂ, ਪੀਰਾਂ ਦੀ ਸ਼ੀਰਨੀ ਚੜਾਈ ਮੇਰੇ ਪੁੱਤ, ਬਾਵੇ ਕੰਬਲੀ ਵਾਲੀ ਦਾ ਰੋਟ ਦਿੱਤਾ। ਇੱਕ ਕੀਤੀ ਸੀ ਕਿਤੇ ਅਸਾਂ ਪੁੱਤ 12 ਕੋਹਾਂ ਦੇ ਵਿੱਚ, ਜਿੱਥੇ ਕਿਤੇ 10 ਪਈ ਭੱਜੇ ਗਏ, ਪਰ ਝੋਲੀ ਖੈਰ ਕਿਤੋਂ ਨਾ ਪਈ। ਮੇਰੇ ਭਰਾ ਦੇ ਔਲਾਦ ਕਿਤੋਂ ਨਾ ਹੋਈ। ਸੇਕੜ ਪੀਰ ਦੀਨੇ ਸ਼ਾਹ ਦੀ ਖਾਨਗਾਹ ਤੇ ਸੁਖਣਾ ਸੁਖੀ, ਤਾਂ ਕਿਤੋਂ ਜਾ ਕੇ ਤੂੰ ਸਾਡੀ ਝੋਲੀ ਪਿਆ ਪੁੱਤ। ਤੇ ਮਸਾਂ ਤੇਰਾ ਮੂੰਹ ਵੇਖਿਆ ਵੇ ਬੱਚਾ, ਇੰਨੀਆਂ ਅਰਦਾਸਾਂ, ਇੰਨੀਆਂ ਸੁਖਣਾ ਸੁੱਖ ਕੇ ਤੈਨੂੰ ਲਿਆ ਪੁੱਤ। ਇਹੋ ਜਿਹੀਆਂ ਸੂਰਤਾਂ, ਤੇਰੇ ਵਰਗੀਆਂ ਪਿਆਰੀਆਂ ਸੂਰਤਾਂ ਕਿਤੋਂ ਨਿੱਤ ਪਈਆਂ ਲੱਭਦੀਆਂ ਨੇ। ਤੇ ਫਿਰ ਉਹ ਮੇਰਾ ਚਿਹਰਾ ਚੁੰਮਣ ਲੱਗੀ, ਮੂੰਹ ਚੁੰਮਣ ਲੱਗੀ। ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸਨ, ਪਰ ਧਿਆਨ ਮੇਰਾ ਫਿਰ ਵੀ ਬੂਹੇ ਵੱਲ ਸੀ। ਭਰਜਾਈ ਆ ਗਈ, ਪਰ ਮੈਂ ਰੱਬ ਦਾ ਲੱਖ ਸ਼ੁਕਰ ਕੀਤਾ, ਖਾਲੀ ਕਟੋਰਾ ਉਸਦੇ ਹੱਥ ਦੇ ਵਿੱਚ ਸੀ। ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਦੇ ਵਿੱਚ ਕਹਿਣ ਲੱਗੀ, ਬੀਬੀ ਉਹਨਾਂ ਦੀ ਤੇ ਅੱਜ ਕੱਟੀ ਚੁੰਗੀ ਹੈ ਸਾਰਾ ਦੁੱਧ। ਸੁਣਦਿਆਂ ਸਾਰ ਭੂਆ ਬੇਵਸੀ ਦੇ ਵਿੱਚ ਉੱਠ ਬੋਲੀ, ਬਸ ਲੱਗ ਗਈ ਹੋ ਅੱਗ ਸਾਰੇ ਪਿੰਡ ਨੂੰ। ਔਂਤਰਾ ਉਹੀ ਦੁੱਧ ਜਿਹਨੂੰ ਕੁੱਤੇ ਨਹੀਂ ਕਬੂਲਦੇ, ਅੱਜ ਕਾਲ ਪੈ ਗਿਆ। ਹੁਣ ਮੁੰਡਾ ਕੀ ਆਖੂ? ਮੁੰਡਾ ਆਖੇਗਾ ਕਿ ਚੰਦਰੇ ਘਰ ਆ ਵੜਿਆ, ਦੁੱਧ ਵੀ ਛਿੱਟ ਵੀ ਨਹੀਂ ਮਿਲਦੀ। ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਦੇ ਨਾਲ ਮੇਰੀ ਪਿੱਠ ਦੇ ਉੱਤੇ ਹੱਥ ਫੇਰਦੀ ਹੋਈ ਬੋਲੀ, ਹਾਏ ਹਾਏ ਮੇਰਾ ਪੁੱਤ, ਮੇਰਾ ਕਾਕਾ ਹੁਣ ਭੁੱਖਾ ਹੀ ਸੌਂਗਾ। ਹਾਏ ਮਾਂ ਸਦਕੇ, ਕਿ ਹਰ ਮਾਣ ਪਿਆ ਲੱਗਦਾ ਹੈ ਮੈਨੂੰ। ਮੇਰਾ ਪੁੱਤ ਕਿੰਨੀਆਂ ਅਰਦਾਸਾਂ ਦੇ ਨਾਲ ਸੁਖਣਾ ਸੁੱਖ ਕੇ ਮੰਗਿਆ ਸੀ, ਕਿੱਡਾ ਵੱਡਾ ਹੋ ਗਿਆ ਮੇਰਾ ਬੱਚਾ, ਤੂੰ ਭੁੱਖਾ ਹੀ ਸੌਂਗਾ। ਅੱਗ ਲੱਗੀ ਸਾਰੇ ਪਿੰਡ ਨੂੰ। ਇੰਨੀ ਕਹਿ ਭੂਆ ਚੁੱਪ ਹੋ ਗਈ ਤੇ ਪੁੰਜੇ ਡੁੱਲੇ ਹੋਏ ਦੁੱਧ ਵੱਲ ਤੱਕਦਾ ਹੋਇਆ ਦਿਲ ਦੇ ਵਿੱਚ ਕਹਿ ਰਿਹਾ ਸਾਂ, ਉਹ ਬਈ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਜਾਬੋਂ ਛੁੱਟੀ, ਜਿੰਦ ਜਾਬੋਂ ਛੁੱਟੀ। ਬਸ ਇੰਨੀ ਸੀ ਕਹਾਣੀ ਭੂਆ ਨਾਨਕ ਸਿੰਘ ਦੀ ਲਿਖੀ ਹੋਈ।